ਸੀ ਜਿਹੜੇ ਅਵੈਧ ਨਿਰਮਾਣ ਸੀ ਉਹਨਾਂ ਨੂੰ ਸੀਲ ਕੀਤਾ। ਪਿਛਲੇ ਦਿਨੀ ਅਸੀਂ ਲਗਾਤਾਰ ਜਾਗਦਾ ਵੀ 18 ਮਹੀਨੇ ਤੋਂ ਇਹ ਜੰਗ ਲੜਦਾ ਆ ਰਿਹਾ ਸੀ ਲੈਂਡ ਮਾਫੀਆ ਨਾਲ। ਲੈਂਡ ਮਾਫੀਆ ਨੇ ਕਈ ਹਮਲੇ ਵੀ ਮੇਰੇ ਤੇ ਕਰਾਏ, ਕਈ ਧਮਕੀਆਂ ਵੀ ਲਵਾਈਆਂ। ਹਾਲੇ ਤੱਕ ਵੀ ਬੜਾ ਕੁਝ ਹੋ ਰਿਹਾ ਹੈ, ਕਈ ਝੂਠੀਆਂ ਦਰਖਾਸਤਾਂ ਵੀ ਮੇਰੇ ਖਿਲਾਫ ਦੇਈ ਜਾ ਰਹੇ ਆ। ਦੇਖੋ ਜੀ, ਦੁਕਾਨਾਂ ਸੀਲ ਕਰਤੀਆਂ, ਪਰ ਲੈਂਡ ਮਾਫੀਆ ਦੇ ਹੌਸਲੇ ਨੇ ਵੱਧ ਗਏ। ਉਹਨਾਂ 3 ਦੁਕਾਨਾਂ ਦੀਆਂ ਸੀਲਾਂ ਤੋੜਤੀਆਂ, ਉੱਥੇ ਦੁਕਾਨਾਂ ਫਿਰ 3 ਖੁੱਲ੍ਹ ਗਈਆਂ। ਅਸੀਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਜਿਨ੍ਹਾਂ ਦੁਕਾਨਾਂ ਸੀਲਾਂ ਤੋੜਤੀਆਂ ਉਹਨਾਂ ਦੀ ਚੈੱਕ ਕਰਾਇਆ ਜਾਵੇ ਤੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਈ ਜਾਏ। ਲੈਂਡ ਮਾਫੀਆ ਜਿੱਥੇ ਵੇਖੇ ਕਾਰਪੋਰੇਸ਼ਨ ਦੀ ਜਗ੍ਹਾ ਹਲਮ ਕਰ ਲੇਗਾ। ਮੇਰੇ ਕੋਲ 1145 ਪ੍ਰਾਪਰਟੀਆਂ ਦੀ ਲਿਸਟ ਹੈਗੀ ਹੈ ਜਿਹੜੀਆਂ ਸ਼ਾਮਲਾਟ ਹੈ ਜਾਂ ਜਿਹੜੀਆਂ ਇਲੀਗਲ ਹੋਈਆਂ ਹੈ। ਭਗਵੰਤ ਮਾਨ ਜੀ ਦਾ ਵੀ ਸਮਰਥਨ ਹੈ, ਮਨੀਸ਼ ਸਿਸੋਦੀਆ ਜੀ ਨਾਲ ਵੀ ਮੇਰੀ ਇਸ ਬਾਬਤ ਗੱਲਬਾਤ ਹੋ ਚੁੱਕੀ ਹੈ। ਉਹ ਕਹਿੰਦੇ ਸਹਿਗਲ ਸਾਹਿਬ ਤੁਸੀਂ ਡਟ ਜਾਓ, ਜਿੰਨਾ ਵੀ ਲੈਂਡ ਮਾਫੀਆ ਹੈ ਤੁਹਾਡੀ ਜ਼ਿੰਮੇਵਾਰੀ ਅੰਮ੍ਰਿਤਸਰ ਤੋਂ ਖਤਮ ਕਰਨਾ। ਤੇ ਅਸੀਂ ਮਨੀਸ਼ ਸਿਸੋਦੀਆ ਜੀ ਨੂੰ ਵਾਅਦਾ ਕਰਦੇ ਹਾਂ, ਮਨੀਸ਼ ਸਿਸੋਦੀਆ ਜੀ ਤੁਹਾਡੇ ਕੋਲ ਤੁਸੀਂ ਸਾਨੂੰ ਦਿੱਲੀ ਬੁਲਾਇਆ, ਅਸੀਂ ਦਿੱਲੀ ਕੱਪ ਚਾਹ ਦਾ ਪੀਣ ਉਦੋਂ ਆਵਾਂਗੇ ਜਦੋਂ ਅਸੀਂ ਅੰਮ੍ਰਿਤਸਰ ਵਿੱਚੋਂ ਲੈਂਡ ਮਾਫੀਆ ਖਤਮ ਕਰਕੇ ਘੱਟੋ ਘੱਟ 1 ਲੱਖ ਕਰੋੜ ਦੀਆਂ ਪ੍ਰਾਪਰਟੀਆਂ ਅਸੀਂ ਸਰਕਾਰ ਦੇ ਖਜ਼ਾਨੇ 'ਚ ਪਾਵਾਂਗੇ। ਲਾਈਵ ਭਾਰਤ ਦੇਖ ਰਹੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ। ਜਿਸ ਤਰ੍ਹਾਂ ਕਿ ਤੁਸੀਂ ਪਹਿਲਾਂ ਵੀ ਦੇਖੀਆਂ ਤਸਵੀਰਾਂ ਲਾਈਵ ਭਾਰਤ 'ਤੇ 21 ਜੂਨ 2021 ਉਦੋਂ ਲਾਈਵ ਭਾਰਤ ਨੇ ਖਬਰ ਚਲਾਈ ਸੀ ਜਿੱਥੇ ਕਿ ਨਜਾਇਜ਼ ਬਣੀਆਂ ਸ਼ਾਮਲਾਟ ਜ਼ਮੀਨਾਂ ਤੇ ਦੁਕਾਨਾਂ ਜਿਨ੍ਹਾਂ ਦੀ ਖਬਰ ਚਲਾਈ। ਖਬਰ ਚਲਾਉਣ ਤੋਂ ਬਾਅਦ ਕਾਰਵਾਈ ਹੁੰਦੀ ਹੈ ਤੇ ਆਪਾਂ ਦੁਬਾਰਾ ਫਿਰ ਖਬਰ ਚਲਾਈ ਕਿ ਦੁਕਾਨਾਂ ਸੀਲ ਹੋ ਗਈਆਂ ਨੇ। ਸੀਲ ਦੁਕਾਨਾਂ ਦੇ ਮੁੱਦੇ ਨੂੰ ਲੈ ਕੇ ਅੱਜ ਜਾਗਦਾ ਜਮੀਰ ਦੁਬਾਰਾ ਕਮਿਸ਼ਨਰ ਸਾਹਿਬ ਦੇ ਆਫਿਸ ਤੇ ਪਹੁੰਚਿਆ। ਆਪਾਂ ਇਹਨਾਂ ਨਾਲ ਗੱਲਬਾਤ ਕਰਾਂਗੇ ਕਿ ਦੁਬਾਰਾ ਤੁਹਾਨੂੰ ਕਮਿਸ਼ਨਰ ਸਾਹਿਬ ਕੋਲ ਕਿਹੜੀ ਅਰਦਾਸ ਲੈ ਕੇ ਆਉਣਾ ਪਿਆ। ਵੇਖੋ ਜੀ, ਅਸੀਂ ਕਮਿਸ਼ਨਰ ਸਾਹਿਬ ਦਾ ਧੰਨਵਾਦ ਕਰਨ ਆਏ ਹਾਂ ਵੀ ਜਿਨ੍ਹਾਂ ਨੇ ਜਿਹੜੀ ਸ਼ਾਮਲਾਟ ਜ਼ਮੀਨ ਸੀ, ਜਿਹੜੇ ਅਵੈਧ ਨਿਰਮਾਣ ਸੀ ਉਹਨਾਂ ਨੂੰ ਸੀਲ ਕੀਤਾ। ਪਿਛਲੇ ਦਿਨੀ ਅਸੀਂ ਲਗਾਤਾਰ ਜਾਗਦਾ ਵੀ 18 ਮਹੀਨੇ ਤੋਂ ਇਹ ਜੰਗ ਲੜਦਾ ਆ ਰਿਹਾ ਸੀ ਲੈਂਡ ਮਾਫੀਆ ਨਾਲ। ਲੈਂਡ ਮਾਫੀਆ ਨੇ ਕਈ ਹਮਲੇ ਵੀ ਮੇਰੇ ਤੇ ਕਰਾਏ, ਕਈ ਧਮਕੀਆਂ ਵੀ ਲਵਾਈਆਂ। ਹਾਲੇ ਤੱਕ ਵੀ ਬੜਾ ਕੁਝ ਹੋ ਰਿਹਾ ਹੈ, ਕਈ ਝੂਠੀਆਂ ਦਰਖਾਸਤਾਂ ਵੀ ਮੇਰੇ ਖਿਲਾਫ ਦੇਈ ਜਾ ਰਹੇ ਆ। ਤੇ ਚਲੋ ਉਹ ਪਰਮਾਤਮਾ ਵੇਖਦਾ, ਵਾਹਿਗੁਰੂ ਵੇਖਦਾ। ਜਿਹੜਾ ਫਿਲਹਾਲ ਤਾਂ ਦੁਕਾਨਾਂ ਸੀਲ ਕਰ ਦਿੱਤੀਆਂ ਗਈਆਂ ਉੱਥੇ ਜਿਹੜੀਆਂ। ਦੇਖੋ ਜੀ, ਦੁਕਾਨਾਂ ਸੀਲ ਕਰਤੀਆਂ, ਪਰ ਲੈਂਡ ਮਾਫੀਆ ਦੇ ਹੌਸਲੇ ਨੇ ਵੱਧ ਗਏ। ਉਹਨਾਂ 3 ਦੁਕਾਨਾਂ ਦੀਆਂ ਸੀਲਾਂ ਤੋੜਤੀਆਂ, ਉੱਥੇ ਦੁਕਾਨਾਂ ਫਿਰ 3 ਖੁੱਲ੍ਹ ਗਈਆਂ। ਅਸੀਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਕੀਤੀ ਹੈ ਵੀ ਜਿਨ੍ਹਾਂ ਦੁਕਾਨਾਂ ਸੀਲਾਂ ਤੋੜਤੀਆਂ ਉਹਨਾਂ ਦੀ ਚੈੱਕ ਕਰਾਇਆ ਜਾਵੇ ਤੇ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ ਕਰਾਈ ਜਾਏ। ਤੇ ਇਸ ਕਰਕੇ ਅੱਜ ਤੁਸੀਂ ਕਮਿਸ਼ਨਰ ਸਾਹਿਬ ਨੂੰ ਸਨਮਾਨਿਤ ਵੀ ਕਰੋਗੇ ਤੇ ਉਹਨਾਂ ਨੂੰ ਜਿਹੜੀਆਂ ਦੁਕਾਨਾਂ ਖੁੱਲ੍ਹ ਗਈਆਂ ਉਹਦੇ ਲਈ ਦੁਕਾਨਾਂ ਦੁਬਾਰਾ ਸੀਲ ਕਰਾਉਣ ਦੀ ਬੇਨਤੀ ਵੀ ਕਰੋਗੇ। ਅਸੀਂ ਇਹ ਬੇਨਤੀ ਤੋਂ ਇਲਾਵਾ ਕਮਿਸ਼ਨਰ ਸਾਹਿਬ ਨੂੰ ਅਗਾਹ ਵੀ ਕਰਾਂਗੇ ਵੀ ਇਹਨਾਂ ਤੇ ਅੱਗੋਂ ਬਣਦੀ ਕਾਰਵਾਈ ਕੀਤੀ ਜਾਏ। ਜਿਹੜੀ ਸ਼ਾਮਲਾਟ ਜ਼ਮੀਨ ਹੈ ਉਹ ਸਰਕਾਰ ਦੀ ਜ਼ਮੀਨ ਹੈ, ਉਹ ਕਾਰਪੋਰੇਸ਼ਨ ਜ਼ਮੀਨ ਹੈ। ਇਹਨਾਂ ਦੁਕਾਨਾਂ ਨੂੰ ਡਿਮੋਲਿਸ਼ ਕਰਕੇ ਇੰਥੇ ਮਤਲਬ ਕਾਰਪੋਰੇਸ਼ਨ ਮਿਲਾਇਆ ਜਾਵੇ ਤੇ ਕਾਰਪੋਰੇਸ਼ਨ ਨੂੰ ਤਾਂ ਕਿ ਇਨਕਮ ਦਾ ਸਾਧਨ ਬਣੇ, ਜਿਹੜੀਆਂ ਜਨਤਾ ਦੀਆਂ ਸਹੂਲਤਾਂ ਦੇ ਲੱਗੇ। ਇਹ ਨਹੀਂ ਵੀ ਕੋਈ ਲੈਂਡ ਮਾਫੀਆ ਜਿੱਥੇ ਵੇਖੇ ਕਾਰਪੋਰੇਸ਼ਨ ਦੀ ਜਗ੍ਹਾ ਹਲਮ ਕਰ ਲੇਗਾ। ਮੇਰੇ ਕੋਲ 1145 ਪ੍ਰਾਪਰਟੀਆਂ ਦੀ ਲਿਸਟ ਹੈਗੀ ਹੈ ਜਿਹੜੀਆਂ ਸ਼ਾਮਲਾਟ ਹੈ ਜਾਂ ਜਿਹੜੀਆਂ ਇਲੀਗਲ ਹੋਈਆਂ ਹੈ। ਕਈ ਕਲੋਨੀਆਂ 'ਚ ਸ਼ਾਮਲਾਟ ਜ਼ਮੀਨਾਂ ਹੈਗੀਆਂ, ਸਾਰਾ ਹੀ ਡਾਟਾ ਬਣਾ ਰਹੇ ਹਾਂ। ਜਲਦੀ ਸਾਰੇ ਕਮਿਸ਼ਨਰ ਸਾਹਿਬ ਨੂੰ 1 ਬਾਏ 1 ਲੈਟਰਾਂ ਦੇਈ ਜਾਵਾਂਗੇ ਤੇ ਉਹਨਾਂ ਦੇ ਖਿਲਾਫ ਕਾਰਵਾਈ ਕਰਾਵਾਂਗੇ। ਜਾਗਦਾ ਜਮੀਰ ਵਚਨਬੱਧ ਹੈ ਸਮਾਜ ਦੇ ਹਿੱਤਾਂ ਦੀ ਰੱਖਿਆ ਕਰਨ ਲਈ। ਜਾਗਦਾ ਜਮੀਰ ਵਚਨਬੱਧ ਹੈ ਵੀ ਜਿਹੜਾ ਜਨਤਾ ਦਾ ਹੱਕ ਹੈ ਜਨਤਾ ਨੂੰ ਦਵਾਉਣਾ, ਜਿਹੜਾ ਸਰਕਾਰ ਦੀ ਪੂੰਜੀ ਹੈ ਸਰਕਾਰ ਲੈਂਡ ਮਾਫੀਆ ਦੇ ਹੱਥ ਨਹੀਂ ਜਾਣ ਦਾਂਗੇ। ਅਸੀਂ ਹਰ ਤਰ੍ਹਾਂ ਦੀ ਲੜਾਈ ਲੜਨ ਨੂੰ ਤਿਆਰ ਹਾਂ। ਅਸੀਂ ਆਮ ਆਦਮੀ ਪਾਰਟੀ ਨੂੰ ਸਮਰਥਨ ਕੀਤਾ ਹੈ, ਸਾਨੂੰ ਆਮ ਆਦਮੀ ਪਾਰਟੀ ਤੋਂ ਵੀ ਪੂਰਾ ਸਮਰਥਨ ਹੈ। ਅੰਮ੍ਰਿਤਸਰ ਦੇ 5 MLA ਸਮਾਨਾਂ ਦਾ ਸਮਰਥਨ ਹੈ, ਸਾਨੂੰ ਭਗਵੰਤ ਮਾਨ ਜੀ ਦਾ ਵੀ ਸਮਰਥਨ ਹੈ। ਮਨੀਸ਼ ਸਿਸੋਦੀਆ ਜੀ ਨਾਲ ਵੀ ਮੇਰੀ ਇਸ ਬਾਬਤ ਗੱਲਬਾਤ ਹੋ ਚੁੱਕੀ ਹੈ। ਉਹ ਕਹਿੰਦੇ ਸਹਿਗਲ ਸਾਹਿਬ ਤੁਸੀਂ ਡਟ ਜਾਓ, ਜਿੰਨਾ ਵੀ ਲੈਂਡ ਮਾਫੀਆ ਹੈ ਤੁਹਾਡੀ ਜ਼ਿੰਮੇਵਾਰੀ ਅੰਮ੍ਰਿਤਸਰ ਤੋਂ ਖਤਮ ਕਰਨਾ। ਤੇ ਅਸੀਂ ਮਨੀਸ਼ ਸਿਸੋਦੀਆ ਜੀ ਨੂੰ ਵਾਅਦਾ ਕਰਦੇ ਹਾਂ, ਮਨੀਸ਼ ਸਿਸੋਦੀਆ ਜੀ ਤੁਹਾਡੇ ਕੋਲ ਤੁਸੀਂ ਸਾਨੂੰ ਦਿੱਲੀ ਬੁਲਾਇਆ, ਅਸੀਂ ਦਿੱਲੀ ਕੱਪ ਚਾਹ ਦਾ ਪੀਣ ਉਦੋਂ ਆਵਾਂਗੇ ਜਦੋਂ ਅਸੀਂ ਅੰਮ੍ਰਿਤਸਰ ਵਿੱਚੋਂ ਲੈਂਡ ਮਾਫੀਆ ਖਤਮ ਕਰਕੇ ਘੱਟੋ ਘੱਟ 1 ਲੱਖ ਕਰੋੜ ਦੀਆਂ ਪ੍ਰਾਪਰਟੀਆਂ ਅਸੀਂ ਸਰਕਾਰ ਦੇ ਖਜ਼ਾਨੇ 'ਚ ਪਾਵਾਂਗੇ। ਉਹਨਾਂ ਦੇ ਲਈ ਤੁਹਾਡੇ ਕੋਲ ਚਾਹ ਪੀਣ ਵੀ ਨਹੀਂ ਆਵਾਂਗੇ। ਚਲੋ ਤੁਸੀਂ ਪ੍ਰਾਪਰਟੀਆਂ ਪਾਓਗੇ। ਫਿਲਹਾਲ ਚੱਲਦੇ ਹੀ ਕਮਿਸ਼ਨਰ ਸਾਹਿਬ ਨੂੰ ਸਨਮਾਨਿਤ ਕਰਨ ਤੇ ਆਪਾਂ ਕਮਿਸ਼ਨਰ ਸਾਹਿਬ ਦੇ ਰੂਬਰੂ ਵੀ ਹੁੰਦੇ ਹਾਂ। ਇੱਕ ਸਮਾਚਾਰ ਪ੍ਰਕਾਸ਼ਿਤ ਹੋਇਆ ਸੀ, ਲਾਈਵ ਵੀਡੀਓ ਹੋਈ ਸੀ ਜਿਹਦੇ ਵਿੱਚ ਸ਼ਾਮਲਾਟ ਜ਼ਮੀਨ ਸੀ ਗੰਦੇ ਨਾਲੇ ਦੇ ਝਬਾਰ ਰੋਡ ਤੇ, ਔਰ ਸੰਦੀਪ ਰਿਸ਼ੀ ਨੇ ਬਹੁਤ ਸਟਰਗਲ ਕਰਕੇ ਉਹਨਾਂ ਨੂੰ ਪਿਛਲੇ ਹਫਤੇ ਸੀਲ ਕਰਵਾਇਆ। ਉਹਨਾਂ ਦੁਕਾਨਾਂ ਨੂੰ ਘੱਟੋ ਘੱਟ 100 ਕਰੋੜ ਦੀ ਪ੍ਰਾਪਰਟੀ ਸੀ ਜਿੱਥੇ ਲੈਂਡ ਮਾਫੀਆ ਨੇ ਕਬਜ਼ਾ ਕੀਤਾ ਹੋਇਆ ਸੀ। ਔਰ ਸੰਦੀਪ ਰਿਸ਼ੀ ਜੀ ਸਾਡੇ ਨਾਲ ਲਗਾਤਾਰ ਸੰਪਰਕ ਰਹੇ ਸੀ। ਅਸੀਂ ਇਹਨਾਂ ਕੋਲ ਜਿਹੜੀ ਵੀ ਇਹਨਾਂ ਕੋਲ ਮਦਦ ਮੰਗਦੇ ਹਾਂ ਸਾਨੂੰ ਕਰਦੇ ਸੀ। ਅਸੀਂ ਵੀ ਇਹਨਾਂ ਨੂੰ ਸਾਰੇ ਪੇਪਰ ਮੁਹੱਈਆ ਕਰਾਏ। ਉਹ ਜਗ੍ਹਾ ਸ਼ਾਮਲਾਟ ਸੀ, ਉੱਥੇ ਇਲੀਗਲ ਕੰਸਟਰਕਸ਼ਨ ਹੋਈ ਸੀ, ਉੱਥੇ ਕੋਈ ਵੀ ਨਕਸ਼ੇ ਨਹੀਂ ਬਣਾਏ ਗਏ। ਲੈਂਡ ਮਾਫੀਆ ਦੇ ਨਾਲ ਕੋਈ ਪੋਲੀਟੀਕਲ ਲੋਕਾਂ ਦਾ ਹੱਥ ਹੈਗਾ ਸੀ। ਇਹਨਾਂ ਨੇ ਬੇਧੜਕ ਹੋ ਕੇ ਨਿਡਰ ਹੋ ਕੇ ਇਹਨਾਂ ਨੇ ਉਸ ਜਗ੍ਹਾ ਨੂੰ ਸੀਲ ਕਰਾਇਆ। ਪਰ ਕੱਲ ਸਾਡੇ ਧਿਆਨ 'ਚ ਆਇਆ ਵੀ 3 ਦੁਕਾਨਾਂ ਫਿਰ ਸੀਲ ਉੱਥੋਂ ਤੋੜ ਦਿੱਤੀ ਗਈ ਹੈ। ਲੈਂਡ ਮਾਫੀਆ ਫਿਰ ਹਾਵੀ ਹੋਣ ਦੀ ਕੋਸ਼ਿਸ਼ ਕਰਦਾ ਪਿਆ ਹੈ। ਅਸੀਂ ਅੱਜ ਫਿਰ ਜਨਾਬ ਨੂੰ ਰਿਕੁਐਸਟ ਕਰਦੇ ਹਾਂ ਵੀ ਜਿਹੜਾ ਲੈਂਡ ਮਾਫੀਆ ਦੁਆਰਾ ਜਿਨ੍ਹਾਂ ਨੇ ਸੀਲ ਤੋੜੀ ਹੈ ਉਹਨਾਂ ਦੇ ਖਿਲਾਫ ਇੱਕ ਕਾਰਵਾਈ ਕੀਤੀ ਜਾਵੇ। ਇਸ ਤੋਂ ਇਲਾਵਾ ਜਿਹੜੀ ਸ਼ਾਮਲਾਟ ਜ਼ਮੀਨ ਦੇ ਉੱਤੇ ਕਬਜ਼ੇ ਕੀਤੇ ਜਿਨ੍ਹਾਂ ਨੇ 100 ਕਰੋੜ ਦੀ ਪ੍ਰਾਪਰਟੀ ਹੈ ਘੱਟੋ ਘੱਟ ਜਿਨ੍ਹਾਂ ਸ਼ਾਮਲਾਟ ਜ਼ਮੀਨ ਤੇ ਕਬਜ਼ਾ ਕੀਤਾ ਹੈ ਉਹਨਾਂ ਦੇ ਖਿਲਾਫ ਜਿਹੜੀ ਅਗਲੀ ਕਾਰਵਾਈ ਹੈ ਸੰਦੀਪ ਰਿਸ਼ੀ ਜੀ ਉਹ ਕਰਨਗੇ। ਮੈਂ ਇਹਨਾਂ ਦਾ ਧੰਨਵਾਦੀ ਹਾਂ। ਜ਼ਿਆਦਾ ਅਸੀਂ ਕਮਿਸ਼ਨਰ ਸਾਹਿਬ ਨਾਲ ਗੱਲਬਾਤ ਕਰਾਂਗੇ ਕਿ ਸਰ ਜਿਸ ਤਰ੍ਹਾਂ ਕਿ ਆਪਣਾ ਜ਼ਮੀਨਾਂ ਤੇ ਕਬਜ਼ਾ ਹੁੰਦਾ ਹੈ, ਤੁਸੀਂ ਕਾਰਵਾਈ ਕਰਦੇ ਪਏ ਹੋ, ਪਹਿਲਾਂ ਵੀ ਕਾਰਵਾਈ ਹੋਣੀ ਚਾਹੀਦੀ ਸੀ ਪਰ ਪਹਿਲਾਂ ਡਿਲੇ ਕਿਉਂ ਸੀ ਉਹ ਚੀਜ਼? ਦੇਖੋ ਜੀ, ਜਾਗਦਾ ਜਮੀਰ ਸੰਸਥਾ ਵੱਲੋਂ ਸੁਭਾਸ਼ ਸਹਿਗਲ ਜੀ ਦੀ ਉਹਨਾਂ ਦੀ ਟੀਮ ਸਮੇਂ-ਸਮੇਂ ਸਿਰ ਸਾਡੇ ਧਿਆਨ 'ਚ ਲਿਆਉਂਦੇ ਰਹੇ ਆ
ਕਿ ਇਸ ਜਗ੍ਹਾ ਉੱਤੇ ਜਿਹੜੀ ਆ ਉਹ ਸ਼ਾਮਲਾ ਜ਼ਮੀਨ ਹੈਗੀ ਆ ਔਰ ਉਹਦੇ ਵਿੱਚ ਪ੍ਰੋਪਰਟੀ ਜਿਹੜੀ ਆ ਉਹਦੇ ਤੇ ਕੋਈ ਕਬਜ਼ਾ ਕਰਕੇ ਕਿਸੇ ਨੇ ਉਹਦੇ ਤੇ ਨਜਾਇਜ਼ ਦੁਕਾਨਾਂ ਬਣਾਈਆਂ ਨੇ। ਪਹਿਲਾਂ ਅਸੀਂ ਟਰਾਈ ਕੀਤਾ ਸੀ ਉਸ ਵੇਲੇ ਤੇ ਉਦੋਂ ਅਸੀਂ ਸਫਲ ਨਹੀਂ ਹੋ ਸਕੇ ਸੀ, ਪਰ ਹੁਣ ਜਦੋਂ ਦੁਬਾਰਾ ਇਹਨਾਂ ਨੇ ਸਾਡੇ ਫਿਰ ਧਿਆਨ 'ਚ ਲਿਆਂਦਾ ਵੀ ਉਹ ਜਿਹੜਾ ਕੰਮ ਨਹੀਂ ਕੀਤਾ ਗਿਆ, ਅਸੀਂ ਫਿਰ ਉਸ ਕੰਮ ਨੂੰ ਦੁਬਾਰਾ ਫੜਿਆ ਔਰ ਅਸੀਂ ਉਹਨੂੰ ਉਹਦੇ 'ਚ ਕਾਮਯਾਬ ਹੋਏ ਹਾਂ। ਅਸੀਂ ਜਿਹੜੀ ਦੁਕਾਨਾਂ ਸੀ ਸੀਲ ਕਰਤੀਆਂ। ਇਹਨਾਂ ਨੇ ਧਿਆਨ 'ਚ ਲਿਆਂਦਾ ਕਿ 2 ਜਾਂ 3 ਦੁਕਾਨਾਂ ਵਾਲਿਆਂ ਨੇ ਸੀਲਾਂ ਤੋੜੀਆਂ, ਉਹਨਾਂ ਤੇ FIR ਵੀ ਅਸੀਂ ਕਰਾਵਾਂਗੇ। ਔਰ ਉਸ ਤੋਂ ਬਿਨਾਂ ਵੀ ਮਿਸਟਰ ਸਹਿਗਲ ਇਹਨਾਂ ਨੇ ਹੋਰ ਵੀ ਸਾਨੂੰ ਜਿਹੜੀਆਂ ਪ੍ਰੋਪਰਟੀਜ਼ ਉਹ ਦੱਸੀਆਂ ਨੇ, ਅਸੀਂ ਸਾਰੀਆਂ ਉੱਤੇ ਕਾਰਵਾਈ ਕਰਾਂਗੇ। ਔਰ ਬਿਲਕੁਲ ਇਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੇ ਬੜਾ ਸਹਿਯੋਗ ਕੀਤਾ, ਸਾਨੂੰ ਦੱਸਿਆ, ਕਿਉਂਕਿ ਕਈ ਵਾਰੀ ਸਾਡੇ ਥੱਲੜਾ ਸਟਾਫ ਜਿਹੜਾ ਰਲਿਆ ਹੁੰਦਾ, ਤੋ ਉਹ ਸਾਰਾ ਅਸੀਂ ਜਿਹੜਾ ਨੈਕਸਸ ਦਾ ਤੋੜਾਂਗੇ ਔਰ ਨੈਕਸਸ ਤੋੜ ਕੇ ਅਸੀਂ ਪੰਜਾਬ ਸਰਕਾਰ ਦੀ ਔਰ ਨਗਰ ਨਿਗਮ ਦੀਆਂ ਪ੍ਰਾਪਰਟੀਆਂ ਉਹਨਾਂ ਨੂੰ ਅਸੀਂ ਮਾਫੀਆ ਤੋਂ ਬਚਾਵਾਂਗੇ। ਦੂਸਰਾ ਇੱਕ ਹੋਰ ਸਵਾਲ ਤੁਹਾਡੇ ਤੋਂ, ਜਿਸ ਤਰ੍ਹਾਂ ਕਿ ਆਪਣੀ ਕਾਰਵਾਈ ਕਰਦੇ ਹੋਏ ਕਦੇ ਇਸ ਤਰ੍ਹਾਂ ਦੀ ਵੀ ਅੜਚਨ ਆਉਂਦੀ ਹੈ ਜਾਂ ਉੱਪਰੋਂ ਕੋਈ ਫੋਨ ਆ ਗਿਆ ਜਾਂ ਤੁਹਾਨੂੰ ਕਿਸੇ ਹੋਰ ਅਦਾਰੇ ਤੋਂ ਕਰਤੱਵ ਨਾ ਕਰਨ ਦੇ ਲਈ ਕਿਹਾ ਜਾਵੇ, ਇਸ ਤਰ੍ਹਾਂ ਦਾ ਵੀ ਹੁੰਦਾ? ਦੇਖੋ ਜੀ, ਸਰਕਾਰ ਦੇ ਅਸੀਂ ਮੁਲਾਜ਼ਮ ਹੈਗੇ ਆ, ਸਾਡਾ ਕੰਮ ਜਿਹੜਾ ਅਸੀਂ ਐਜ਼ ਪਰ ਲਾਅ ਚੱਲਣਾ ਵਾ। ਨੋ ਡਾਊਟ ਕਈ ਤਰ੍ਹਾਂ ਦੇ ਆਉਂਦੇ, ਪਰ ਜਿਹੜਾ ਕਰਮਚਾਰੀ ਦਾ ਔਰ ਅਧਿਕਾਰੀ ਦਾ ਇਹੋ ਫਰਜ਼ ਆ ਕਿ ਉਹ ਕਾਨੂੰਨ ਦੇ ਅਨੁਸਾਰ ਕੰਮ ਕਰੇ। ਜੇ ਗਲਤ ਆ ਤੇ ਗਲਤ ਦੇ ਖਿਲਾਫ ਖੜੇ। ਤੁਸੀਂ ਜਿਹੜੀ ਇਲੀਗਲ ਕੰਸਟਰਕਸ਼ਨ ਹੁਣ ਹੋ ਚੁੱਕੀ ਹੈ, ਕਿ ਉਹਨੂੰ ਸੀਲ ਕਰ ਦੇਣਾ ਹੀ ਠੀਕ ਹੈ ਜਾਂ ਉੱਥੇ ਡਿਮੋਲਿਸ਼ ਵੀ ਕੀਤਾ ਜਾਣਾ ਚਾਹੀਦਾ? ਉਹਦਾ ਪ੍ਰੋਸੈਸ ਹੁੰਦਾ ਉਹਨੂੰ ਡਿਮੋਲਿਸ਼ ਕਰਨ ਦਾ, ਉਹ ਡਿਮੋਲਿਸ਼ ਕਰਨ ਦਾ ਪ੍ਰੋਸੈਸ ਵੀ ਕਰਾਂਗੇ ਅਸੀਂ। ਤੇ ਜਿਸ ਤਰ੍ਹਾਂ ਕਿ ਤੁਸੀਂ ਤਸਵੀਰਾਂ ਦੇਖੀਆਂ, ਇੱਥੇ ਕਮਿਸ਼ਨਰ ਸਾਹਿਬ ਨੂੰ ਸਨਮਾਨਿਤ ਕੀਤਾ ਗਿਆ, ਸਨਮਾਨ ਦੇ ਕੇ ਉਹਨਾਂ ਨੂੰ ਕਰਤੱਵ ਨਿਡਰਤਾ ਦੇ ਨਾਲ ਕਰਤੱਵ ਦਾ ਪਾਲਨ ਕਰਦੇ ਲਈ ਜਾਗਦਾ ਜਮੀਰ ਵੱਲੋਂ ਸਨਮਾਨਿਤ ਕੀਤਾ ਗਿਆ। ਤੇ ਸਨਮਾਨ ਸਮਾਰੋਹ ਤੇ ਕਮਿਸ਼ਨਰ ਸਾਹਿਬ ਨਾਲ ਵੀ ਗੱਲਬਾਤ ਕੀਤੀ, ਤੇ ਉਹਨਾਂ ਦਾ ਵੀ ਕਹਿਣਾ ਹੈ ਕਿ ਸਰਕਾਰੀ ਮੁਲਾਜ਼ਮ ਹੋਣ ਦੇ ਨਾਲ ਉਹਨਾਂ ਦਾ ਪਹਿਲਾ ਕਰਤੱਵ ਇਹੀ ਬੰਦਾ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਜਿਹੜੀ ਵੀ ਕਾਰਵਾਈ ਕਰਨੀ ਹੈ, ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ ਬਣਦੀ ਕਾਰਵਾਈ ਕਰਨਾ ਬਹੁਤ ਜ਼ਰੂਰੀ ਹੈ। ਤੇ ਦੂਸਰੀ ਚੀਜ਼ ਉਹਨਾਂ ਨੇ ਨਾਲ ਹੀ ਇਹ ਵੀ ਗੱਲ ਕਹੀ ਹੈ ਕਿ ਜਿਸ ਤਰ੍ਹਾਂ ਲੈਂਡ ਮਾਫੀਆ ਜਿਹੜੀ ਜ਼ਮੀਨਾਂ 'ਤੇ ਕਬਜ਼ੇ ਕਰਦੇ ਹਨ, ਉਹਨਾਂ ਨੂੰ ਨੱਥ ਪਾਉਣ ਦੇ ਲਈ ਕਾਨੂੰਨੀ ਕਾਰਵਾਈ ਬਹੁਤ ਜ਼ਰੂਰੀ ਹੈ। ਤੇ ਲਾਈਵ ਭਾਰਤ ਦੀ ਇਸ ਤਰ੍ਹਾਂ ਦੀ ਖਬਰ ਨਾਲ ਜੁੜੇ ਰਹੋ, ਫਿਰ ਤੁਹਾਡੇ ਦੇ ਨਾਲ ਰੂਬਰੂ ਹੋਵਾਂਗੇ। ਬਣੇ ਰਹੋ ਲਾਈਵ ਭਾਰਤ ਦੇ ਨਾਲ। ਕੈਮਰਾਮੈਨ ਸੁਖਵਿੰਦਰ ਕੋਹਲੀ ਦੇ ਨਾਲ ਕੈਲਾਸ਼ ਪ੍ਰਜਾਪਤੀ ਦੀ ਰਿਪੋਰਟ।